ਪਾਠ ਨੰਬਰ 12 ਭਾਰਤ 600 ਈਸਵੀ ਪੂਰਵ ਤੋਂ 400 ਈਸਵੀ ਪੂਰਵ ਤੱਕ। ਕੱਲ੍ਹ ਅਸੀਂ ਪੜ੍ਹਿਆ ਸੀਗਾ ਕਿ ਉਹਨਾਂ ਦਾ ਆਰਥਿਕ ਜੀਵਨ ਖੇਤੀਬਾੜੀ ਅਤੇ ਪਸ਼ੂ ਪਾਲਣ ਸੀ। ਇਸ ਦੇ ਨਾਲ ਨਾਲ ਉਹ ਅੰਦਰੂਨੀ ਅਤੇ ਵਿਦੇਸ਼ਾਂ ਵਿੱਚ ਵਪਾਰ ਵੀ ਕਰਦੇ ਸਨ ਅਤੇ ਵਪਾਰੀਆਂ ਦੇ ਗੁੱਟ ਹੁੰਦੇ ਸਨ ਜਿਨ੍ਹਾਂ ਨੂੰ ਸਾਰਥਵਾਹ ਕਹਿੰਦੇ ਸਨ। ਇੱਕ ਹੀ ਵਪਾਰ ਵਿੱਚ ਲੱਗੇ ਲੋਕ ਆਪਣੇ ਆਪਣੇ ਗੁੱਟ ਬਣਾਉਂਦੇ ਸਨ ਜਿਨ੍ਹਾਂ ਨੂੰ ਕਹਿੰਦੇ ਸਨ ਸ਼੍ਰੇਣੀ ਭਾਵ ਕਲਾਸ, ਇੱਕੋ ਕਲਾਸ ਦੇ। ਜਿਸ ਤਰ੍ਹਾਂ ਅਸੀਂ ਜਿਹੜੇ ਵਿਦਿਆਰਥੀ 7ਵੀਂ ਕਲਾਸ 'ਚ ਪੜ੍ਹਦੇ ਨੇ ਉਸਨੂੰ 7th ਕਲਾਸ ਕਹਿ ਦਿੰਦੇ ਹਾਂ ਅਤੇ 6ਵੀਂ ਵਾਲਿਆਂ ਨੂੰ 6th ਕਲਾਸ ਕਹਿ ਦਿੰਦੇ ਹਾਂ, ਕਲਾਸ ਦੇ ਸ਼੍ਰੇਣੀ। ਅਤੇ ਵਪਾਰੀਆਂ ਦੇ ਅੱਗੇ ਆਪਣੇ ਆਪਣੇ ਗੁੱਟ ਹੁੰਦੇ ਸਨ, ਉਹਨਾਂ ਨੂੰ ਸਾਰਥਵਾਹ ਕਹਿੰਦੇ ਸਨ। ਉਹਨਾਂ ਵਪਾਰੀਆਂ ਦਾ ਕੰਮ ਕੀ ਸੀ? ਵਸਤੂਆਂ ਨੂੰ ਦੇਸ਼ ਤੋਂ ਬਾਹਰ ਲੈ ਕੇ ਜਾਣਾ ਅਤੇ ਦੇਸ਼ ਦੇ ਵਿੱਚ ਵਸਤੂਆਂ ਨੂੰ ਲੈ ਕੇ ਆਉਣਾ। ਤਾਂ ਜਿਹੜਾ ਇਹ ਵਪਾਰ ਹੁੰਦਾ ਸੀ, ਵਪਾਰ ਉਸ ਸਮੇਂ ਇਹ ਸਾਰੇ ਦਾ ਸਾਰਾ ਵਪਾਰ ਤਾਂਬੇ ਅਤੇ ਚਾਂਦੀ ਦੇ ਸਿੱਕਿਆਂ ਦੁਆਰਾ ਹੁੰਦਾ ਸੀ। ਚਾਂਦੀ ਅਤੇ ਤਾਂਬੇ ਦੇ ਸਿੱਕਿਆਂ ਦੇ ਵਿੱਚ ਇਹ ਸਾਰਾ ਵਪਾਰ ਹੁੰਦਾ ਸੀ। ਇਹ ਸਿੱਕੇ ਇੱਕ ਨਿਸ਼ਚਿਤ ਵਜ਼ਨ ਦੇ ਅਨੁਸਾਰ ਬਣਾਏ ਜਾਂਦੇ ਸਨ, ਪਰੰਤੂ ਇਹਨਾਂ ਦਾ ਕੋਈ ਆਕਾਰ ਨਹੀਂ ਹੁੰਦਾ ਸੀ। ਤਾਂ ਤੁਸੀਂ ਇਸ ਚਿੱਤਰ ਰਾਹੀਂ ਦੇਖ ਸਕਦੇ ਹੋ, ਇਹਨਾਂ ਦਾ ਕੋਈ ਵੀ ਆਕਾਰ ਨਹੀਂ ਹੈ। ਇਹਨਾਂ ਸਿੱਕਿਆਂ 'ਤੇ ਭਾਂਤ ਭਾਂਤ ਦੀਆਂ ਸ਼ਕਲਾਂ ਅਤੇ ਠੱਪੇ, ਦੇਖੋ ਠੱਪੇ, ਆਹ ਠੱਪੇ ਲੱਗੇ ਹੋਏ ਨੇ, ਸਾਰੇ ਠੱਪੇ ਹਨ, ਠੱਪੇ ਲਾਏ ਜਾਂਦੇ ਸਨ। ਇਹਨਾਂ ਨੂੰ ਆਹਤ ਜਾਂ ਠੱਪੇਦਾਰ ਸਿੱਕਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਆਹਤ ਜਾਂ ਠੱਪੇਦਾਰ ਸਿੱਕਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲੋਕ ਰਾਜੇ ਨੂੰ ਕਰ ਦਿੰਦੇ ਸਨ। ਆਮ ਤੌਰ 'ਤੇ ਫਸਲ ਦਾ 6ਵਾਂ ਹਿੱਸਾ ਕਿਸਾਨਾਂ ਤੋਂ ਕਰ ਦੇ ਰੂਪ ਵਿੱਚ ਲਿਆ ਜਾਂਦਾ ਸੀ। ਜੋ ਟੈਕਸ ਸੀ, ਰਾਜੇ ਦੀ ਆਮਦਨ ਦਾ ਸਾਧਨ, ਭੂਮੀ ਕਰ, ਰੈਵਨਿਊ, ਉਹ ਸੀਗਾ 1/6। ਜਿੰਨੀ ਪ੍ਰੋਡਕਸ਼ਨ ਹੁੰਦੀ ਸੀ ਉਸਦਾ 1/6 ਹਿੱਸਾ ਲਿਆ ਜਾਂਦਾ ਸੀ। ਕਾਰਖਾਨਿਆਂ ਵਿੱਚ ਬਣੇ ਮਾਲ ਅਤੇ ਵਪਾਰ ਉੱਤੇ ਕਰ ਵਸਤੂਆਂ ਦੇ ਮੁੱਲ ਅਨੁਸਾਰ ਹੁੰਦਾ ਸੀ। ਜੋ ਮਾਲ ਤਿਆਰ ਹੁੰਦਾ ਸੀ ਕਾਰਖਾਨਿਆਂ ਵਿੱਚ, ਜੋ ਉਹਨਾਂ ਦੀ ਕੀਮਤ ਹੁੰਦੀ ਸੀ ਅਤੇ ਉਸ ਦੀ ਕੀਮਤ ਦੇ ਅਨੁਸਾਰ ਹੀ ਕਰ ਨਿਸ਼ਚਿਤ ਕੀਤਾ ਜਾਂਦਾ ਸੀ ਜੋ ਰਾਜੇ ਨੂੰ ਭਰਨਾ ਪੈਂਦਾ ਸੀ। ਇਹ ਇੱਕ ਹੋਰ ਉਸਦੀ ਆਮਦਨ ਦਾ ਸਾਧਨ ਸੀ। ਜੈਨ ਧਰਮ ਅਤੇ ਬੁੱਧ ਧਰਮ। ਜੈਨ ਧਰਮ 600 ਈਸਵੀ ਪੂਰਵ ਤੋਂ 400 ਈਸਵੀ ਪੂਰਵ ਤੱਕ ਦੇ ਸਮੇਂ ਤੱਕ ਭਾਰਤ ਵਿੱਚ ਜੈਨ ਧਰਮ ਅਤੇ ਬੁੱਧ ਧਰਮ ਦਾ ਬਹੁਤ ਪ੍ਰਚਾਰ ਹੋਇਆ, ਕਿਉਂਕਿ ਇਸ ਸਮੇਂ ਜੋ ਸਾਡੀ ਜਾਤੀ ਪ੍ਰਥਾ ਸੀ ਉਹ ਬਹੁਤ ਕਠੋਰ ਹੋ ਚੁੱਕੀ ਸੀ। ਬ੍ਰਾਹਮਣਾਂ ਦਾ ਬੋਲਬਾਲਾ ਹੋ ਗਿਆ ਸੀ, ਸ਼ੂਦਰਾਂ ਦੀ ਹਾਲਤ ਮਾੜੀ ਹੋ ਗਈ ਸੀ। ਤਾਂ ਫਿਰ ਜਦੋਂ ਵੀ ਕੋਈ ਕਿਸੇ ਚੀਜ਼ ਦੀ ਅੱਤ ਚੱਕੀ ਜਾਂਦੀ ਹੈ ਤਾਂ ਉਸ ਨੂੰ ਸੁਧਾਰਨ ਵਾਲਾ ਵੀ ਕੋਈ ਨਾ ਕੋਈ ਜਨਮ ਲੈਂਦਾ ਹੀ ਹੈ। ਤਾਂ ਇਸੇ ਤਰ੍ਹਾਂ ਜੈਨ ਧਰਮ ਅਤੇ ਬੁੱਧ ਧਰਮ ਦੀ ਸਥਾਪਨਾ ਹੋਈ ਇਸੇ ਸਮੇਂ ਦੇ ਦੌਰਾਨ। ਤਾਂ ਸਭ ਤੋਂ ਪਹਿਲਾਂ ਜੈਨ ਧਰਮ ਭਾਰਤ ਦਾ ਪ੍ਰਾਚੀਨ, ਸੁਤੰਤਰ ਅਤੇ ਵਿਗਿਆਨਿਕ। ਪ੍ਰਾਚੀਨ ਸਭ ਤੋਂ ਪੁਰਾਣਾ ਹੈ। ਜੈਨ ਧਰਮ ਭਾਰਤ ਦਾ ਪ੍ਰਾਚੀਨ ਪੁਰਾਣਾ ਹੈ, ਸੁਤੰਤਰ, ਕਿਸੇ ਦੇ ਅਧੀਨ ਨਹੀਂ, ਅਤੇ ਵਿਗਿਆਨਿਕ ਭਾਵ ਇਹ ਧਰਮ ਤਰਕ ਦੇ ਆਧਾਰ 'ਤੇ ਗੱਲ ਕਰਦਾ, ਵਿਗਿਆਨਿਕ ਧਰਮ ਹੈ। ਇਸ ਧਰਮ ਦੇ ਪਹਿਲੇ ਸੰਸਥਾਪਕ ਭਗਵਾਨ ਰਿਸ਼ਭਦੇਵ ਸਨ। ਇਸ ਧਰਮ ਦੇ ਪਹਿਲੇ ਸੰਸਥਾਪਕ ਭਗਵਾਨ ਰਿਸ਼ਭਦੇਵ ਸਨ। ਇਹਨਾਂ ਨੂੰ ਤੀਰਥੰਕਰ ਕਿਹਾ ਜਾਂਦਾ ਹੈ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ। ਪਹਿਲਾ ਕੁਐਸਚਨ, ਉਸ ਸਮੇਂ ਦੇ ਸਿੱਕਿਆਂ ਦਾ ਵਜ਼ਨ ਅਤੇ ਆਕਾਰ ਕੀ ਸੀ? ਉਸ ਸਮੇਂ ਦੇ ਸਿੱਕਿਆਂ ਦਾ ਵਜ਼ਨ ਅਤੇ ਆਕਾਰ ਕੀ ਸੀ? ਤਾਂ ਪਹਿਲਾ ਪੁਆਇੰਟ, ਪਹਿਲੇ ਦਾ ਆਨਸਰ ਹੈ। ਜੋ ਉਹਨਾਂ ਦਾ ਵਜ਼ਨ ਸੀ ਉਹ ਤਾਂ ਨਿਸ਼ਚਿਤ ਹੁੰਦਾ ਸੀ, ਪਰੰਤੂ ਇਹਨਾਂ ਦਾ ਕੋਈ ਆਕਾਰ ਨਹੀਂ ਹੁੰਦਾ ਸੀ, ਭਾਵ ਇਹਨਾਂ ਦੀ ਕੋਈ ਜ਼ਿਆਦਾ ਸ਼ੇਪ ਨਹੀਂ ਹੁੰਦੀ ਸੀ। ਜਿਵੇਂ ਸਾਡੇ ਅੱਜ ਕੱਲ੍ਹ 1 ਰੁਪਏ ਦਾ ਸਿੱਕਾ, 2 ਰੁਪਏ ਦਾ ਸਿੱਕਾ, 10 ਰੁਪਏ ਦਾ ਸਿੱਕਾ ਹੈ, ਉਹਨਾਂ ਦਾ ਨਿਸ਼ਚਿਤ ਵਜ਼ਨ ਵੀ ਹੈ ਅਤੇ ਉਹਨਾਂ ਦਾ ਨਿਸ਼ਚਿਤ ਆਕਾਰ ਵੀ ਹੈ। ਜੋ ਸਾਡੇ 1 ਰੁਪਏ, 5 ਰੁਪਏ, 10 ਰੁਪਏ ਦਾ ਸਿੱਕਾ ਹੈ ਉਹ ਗੋਲ ਹਨ, ਪਰ ਇਸ ਸਮੇਂ ਨਿਸ਼ਚਿਤ ਵਜ਼ਨ ਤਾਂ ਹੁੰਦਾ ਸੀ ਪਰ ਇਹਨਾਂ ਦਾ ਕੋਈ ਨਿਸ਼ਚਿਤ ਆਕਾਰ, ਇਹਨਾਂ ਦੀ ਕੋਈ ਨਿਸ਼ਚਿਤ ਸ਼ੇਪ ਨਹੀਂ ਹੁੰਦੀ ਸੀ। ਪਹਿਲੇ ਕੁਐਸਚਨ ਦਾ ਆਨਸਰ, ਪਹਿਲੇ ਦਾ ਆਨਸਰ। ਇਸ ਤੋਂ ਅੱਗੇ, ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ? ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ? ਜੈਨ ਧਰਮ
ਭਾਰਤ ਦਾ ਪ੍ਰਾਚੀਨ ਸੁਤੰਤਰ ਅਤੇ ਵਿਗਿਆਨਿਕ ਧਰਮ ਹੈ। ਸੈਕਿੰਡ ਆਨਸਰ। ਜੈਨ ਧਰਮ ਭਾਰਤ ਦਾ ਪ੍ਰਾਚੀਨ ਸੁਤੰਤਰ ਅਤੇ ਵਿਗਿਆਨਿਕ ਧਰਮ ਹੈ। ਇਹ ਸੈਕਿੰਡ ਕੁਐਸਚਨ ਦਾ ਆਨਸਰ ਹੈ। ਇਸ ਕਾਲ ਵਿੱਚ ਟੈਕਸ ਵਸੂਲਣ ਦਾ ਕੀ ਤਰੀਕਾ ਸੀ? ਤਾਂ ਟੈਕਸ ਕਿਵੇਂ ਲੈਂਦੇ ਸਨ? ਆਮ ਤੌਰ 'ਤੇ ਫਸਲ ਦਾ 6ਵਾਂ ਹਿੱਸਾ ਕਿਸਾਨਾਂ ਤੋਂ ਕਰ ਦੇ ਰੂਪ ਵਿੱਚ ਲਿਆ ਜਾਂਦਾ ਸੀ। ਨਾਲ ਹੀ ਇਸ ਦੇ ਕਾਰਖਾਨਿਆਂ ਅਤੇ ਵਿੱਚ ਬਣੇ ਮਾਲ ਅਤੇ ਵਪਾਰ ਉੱਤੇ ਕਰ ਵਸਤੂਆਂ ਦੇ ਮੁੱਲ ਅਨੁਸਾਰ ਹੁੰਦਾ ਸੀ। ਇਹ ਦੋਨੋਂ ਪੁਆਇੰਟ ਆ ਜਾਣਗੇ ਥਰਡ ਆਨਸਰ। ਇੱਥੋਂ ਸ਼ੁਰੂ ਕਰਕੇ ਆਮ ਤੌਰ ਤੋਂ ਅਨੁਸਾਰ ਹੁੰਦਾ ਸੀ, ਇੱਥੇ ਤੱਕ ਥਰਡ ਆਨਸਰ ਦਾ ਕੁਐਸਚਨ ਦਾ ਇਹ ਆਨਸਰ ਬਣਦਾ ਹੈ। ਅਸੀਂ ਇੱਕ ਵਾਰ ਫਿਰ ਤਿੰਨੋਂ ਕੁਐਸਚਨ ਦੇਖਦੇ ਹਾਂ। ਦੇਖੋ, ਪਹਿਲਾ ਕੁਐਸਚਨ, ਇਸ ਸਮੇਂ ਦੇ ਸਿੱਕਿਆਂ ਦਾ ਵਜ਼ਨ ਅਤੇ ਆਕਾਰ ਕੀ ਸੀ? ਇਸ ਦਾ ਆਨਸਰ ਪਹਿਲਾ ਪੁਆਇੰਟ ਹੈ। ਪਹਿਲਾ ਪੁਆਇੰਟ ਪੂਰਾ ਇਸ ਦਾ ਆਨਸਰ ਹੈ। ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ? ਨੰਬਰ 6। ਜੋ ਨੰਬਰ 6 ਹੈ ਉਹ ਸੈਕਿੰਡ ਦਾ ਆਨਸਰ ਹੈ। ਇਸ ਕਾਲ ਵਿੱਚ ਟੈਕਸ ਵਸੂਲਣ ਦਾ ਕੀ ਤਰੀਕਾ ਸੀ? ਚੌਥਾ ਅਤੇ ਪੰਜਵਾਂ ਦੋਨੇ ਨੰਬਰ ਹਨ। ਕੁਐਸਚਨ 3 ਦਾ ਆਨਸਰ। ਚੌਥੇ ਤੋਂ ਸ਼ੁਰੂ ਕਰਕੇ ਚੌਥਾ ਅਤੇ ਪੰਜਵਾਂ ਇਹ ਦੋਨੇ ਹੀ ਨੰਬਰ ਨੇ ਤੀਜੇ ਉੱਤਰ ਦੇ। ਆਮ ਤੌਰ 'ਤੇ ਫਸਲ ਦਾ 6ਵਾਂ ਹਿੱਸਾ ਕਿਸਾਨਾਂ ਤੋਂ ਕਰ ਦੇ ਰੂਪ ਵਿੱਚ ਲਿਆ ਜਾਂਦਾ ਸੀ। ਕਾਰਖਾਨਿਆਂ ਵਿੱਚ ਬਣੇ ਮਾਲ ਅਤੇ ਵਪਾਰ ਉੱਤੇ ਕਰ ਵਸਤੂਆਂ ਦੇ ਮੁੱਲ ਅਨੁਸਾਰ ਹੁੰਦਾ ਸੀ। ਇਸ ਤਰ੍ਹਾਂ ਇਹ 3 ਕੁਐਸਚਨ ਹੋ ਗਏ ਆ। ਇਸ ਤੋਂ ਅੱਗੇ ਖਾਲਿਸਤਾਨ। ਲੋਕ ਰਾਜੇ ਨੂੰ ਕਰ ਦਿੰਦੇ ਸਨ। ਲੋਕ ਰਾਜੇ ਨੂੰ ਕਰ ਦਿੰਦੇ ਸਨ। ਲੋਕ ਰਾਜੇ ਨੂੰ ਕਰ ਦਿੰਦੇ ਸਨ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ। 24 ਤੀਰਥੰਕਰ। ਤੀਜਾ, ਜੈਨ ਧਰਮ ਭਾਰਤ ਦਾ ਪ੍ਰਾਚੀਨ ਸੁਤੰਤਰ ਅਤੇ ਵਿਗਿਆਨਿਕ ਧਰਮ ਹੈ। ਇਹ ਤੀਜੀ ਖਾਲਿਸਤਾਨ। ਜੈਨ ਧਰਮ ਭਾਰਤ ਦਾ ਪ੍ਰਾਚੀਨ ਸੁਤੰਤਰ ਅਤੇ ਵਿਗਿਆਨਿਕ ਧਰਮ ਹੈ। ਇਸ ਤਰ੍ਹਾਂ ਅਸੀਂ ਨੇ ਪਹਿਲੀ ਵਿੱਚ ਆਵੇਗਾ ਕਰ, ਦੂਜੀ 'ਚ 24, ਤੀਜੀ 'ਚ ਪ੍ਰਾਚੀਨ ਸੁਤੰਤਰ ਅਤੇ ਵਿਗਿਆਨਿਕ ਧਰਮ ਹੈ। ਸਹੀ ਜਾਂ ਗਲਤ? ਇਸ ਧਰਮ ਦੇ ਪਹਿਲੇ ਸੰਸਥਾਪਕ ਭਗਵਾਨ ਰਿਸ਼ਭਦੇਵ ਸਨ। ਇਹ ਬਿਲਕੁਲ ਸਹੀ ਹੈ। ਇਹ ਸਹੀ ਹੈ। ਭਗਵਾਨ ਰਿਸ਼ਭਦੇਵ ਨੂੰ ਪਹਿਲੇ ਤੀਰਥੰਕਰ ਕਿਹਾ ਜਾਂਦਾ ਹੈ। ਭਗਵਾਨ ਰਿਸ਼ਭਦੇਵ ਨੂੰ ਪਹਿਲੇ ਤੀਰਥੰਕਰ ਕਿਹਾ ਜਾਂਦਾ ਹੈ। ਇਹ ਵੀ ਬਿਲਕੁਲ ਸਹੀ ਹੈ। ਜੈਨ ਧਰਮ ਭਾਰਤ ਦਾ ਪ੍ਰਾਚੀਨ ਸੁਤੰਤਰ ਅਤੇ ਵਿਗਿਆਨਿਕ ਧਰਮ ਹੈ। ਇਹ ਵੀ ਸਹੀ ਹੈ। ਭਾਵ ਤਿੰਨੋਂ ਹੀ ਸਹੀ ਹਨ। ਅੱਗੇ ਅਸੀਂ ਇਹੀ ਸਲਾਈਡ ਕਰਾਂਗੇ ਹੁਣ ਅਸੀਂ ਇੰਗਲਿਸ਼ ਮੀਡੀਅਮ ਦੇ ਵਿੱਚ। First question, what was the weight and size of the coins at that time? ਪਹਿਲਾ, the coins were mostly irregular piece of metal in shape but of fixed weight. ਉਹਨਾਂ ਦਾ ਵਜ਼ਨ ਤਾਂ ਨਿਸ਼ਚਿਤ ਹੁੰਦਾ ਸੀ ਪਰੰਤੂ ਆਕਾਰ ਨਿਸ਼ਚਿਤ ਨਹੀਂ ਹੁੰਦਾ ਸੀ। What do you know about Zen? Jainism is an old, independent and scientific religion of India. Second answer. What was the format of taxes in this period? The fourth and fifth दोनों पॉइंट थर्ड क्वेश्चन के आंसर ने। Normally 1/6 of agriculture produced was charged as tax from the kisan.
ਟੈਕਸਿਸ ਔਨ ਇੰਡਸਟਰੀਅਲ ਗੁਡਸ ਐਂਡ ਟ੍ਰੇਡ ਵਾਸ ਚਾਰਜਡ ਅਕੋਰਡਿੰਗ ਟੂ ਦਾ ਵੈਲਿਊ ਆਫ ਗੁਡਸ, ਉਹਨਾਂ ਦੇ ਮੁੱਲ ਦੇ ਅਨੁਸਾਰ, ਕੀਮਤ ਦੇ ਅਨੁਸਾਰ। ਇਸ ਤਰ੍ਹਾਂ ਇਹ ਤਿੰਨੋਂ ਕੁਐਸਚਨ ਅਸੀਂ ਨੇ ਕੀਤੇ ਹਨ। ਇਸ ਤਿੰਨੋਂ ਕੁਐਸਚਨ ਕੀਤੇ ਹਨ। Fill in the blanks. People had to pay tax, 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 tax. There have been 24. Second जाएगा 24. Zionism is an old, independent and scientific. Third fill up the answer. ਪਹਿਲੇ ਦਾ ਟੈਕਸ TAX ਟੈਕਸ, ਸੈਕਿੰਡ ਦੇ ਵਿੱਚ 24, ਥਰਡ ਦੇ ਵਿੱਚ ਓਲਡ, ਇੰਡੀਪੈਂਡੈਂਟ ਐਂਡ ਸਾਇੰਟੀਫਿਕ। ਟਰੂ ਫਾਲਸ, Lord Rishabhdev was the first founder of this religion. True. Lord Rishabhdev is called the first Tirthankar. True. Zionism is an independent scientific religion of India. True. ਤਿੰਨੋਂ ਹੀ ਟਰੂ ਹਨ। ਇਸ ਤਰ੍ਹਾਂ ਅਸੀਂ ਅੱਜ ਦੀ ਸਲਾਈਡ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੀ ਹੈ। ਜੇਕਰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ।